सो सत श्री अकाल जी। सो मेरा नाम है बेअंत सिंह। सो ਆਪਾਂ ਕਲਾਸ 10th ਦਾ ਮੈਂ ਸ਼ੁਰੂ ਕੀਤਾ ਸੀ NCERT ਦਾ। ਸੋ ਆਪਾਂ ਨੇ NCERT ਦੇ ਮੈਥ ਦੇ ਵਿੱਚ ਜੋ ਪਹਿਲਾ ਟੌਪਿਕ ਪੜ੍ਹਿਆ ਸੀਗਾ ਉਹ ਸੀਗਾ ਆਪਣਾ ਰੀਅਲ ਨੰਬਰਸ। ਰੀਅਲ ਨੰਬਰਸ ਆਪਾਂ ਨੇ ਸਾਰੇ ਡਿਸਕਸ ਕਰ ਲਏ ਸੀ ਕਿ ਨੰਬਰ ਸਿਸਟਮ ਦੇ ਵਿੱਚ ਕਿਵੇਂ ਕਿਵੇਂ ਨੰਬਰਸ ਵੇਰੀ ਕਰਦੇ ਆ। ਨੈਚੁਰਲ ਨੰਬਰ, ਹੋਲ ਨੰਬਰ, ਇੰਟੀਜ਼ਰ, ਰੈਸ਼ਨਲ ਨੰਬਰ, ਇਰਰੈਸ਼ਨਲ ਨੰਬਰ ਅਤੇ ਸਾਰਿਆਂ ਦਾ ਮਿਕਸ ਕੀ ਹੋ ਗਿਆ ਸੀ, ਰੀਅਲ ਨੰਬਰ ਹੋ ਗਿਆ ਸੀਗਾ। ਆਪਾਂ ਰੀਅਲ ਨੰਬਰ ਬਾਰੇ ਪੜ੍ਹ ਚੁੱਕੇ ਸੀ ਕਿ ਰੀਅਲ ਨੰਬਰ ਕੀ ਹੈ, ਉਹ ਆਪਾਂ ਨੇ ਪਿਛਲੀ ਵੀਡੀਓ ਵਿੱਚ ਕਰ ਚੁੱਕਿਆ ਕਵਰ, ਤਾਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਤਾਂ ਸੋ ਅੱਜ ਆਪਾਂ ਕੀ ਕਰ ਰਹੇ ਹਾਂ, ਅੱਜ ਆਪਾਂ 10th ਕਲਾਸ ਦਾ ਹੀ ਮੈਥ ਦਾ ਉਹ ਪਹਿਲਾ ਚੈਪਟਰ ਆ, ਉਹਦਾ ਸੈਕਿੰਡ ਟੌਪਿਕ ਹੈ। ਫਸਟ ਟੌਪਿਕ ਹੀ ਕਹਿ ਲਓ ਯੂਕਲਿਡ ਲੈਮਾ। ਯੂਕਲਿਡ ਡਿਵੀਜ਼ਨ ਲੈਮਾ ਬੋਲਦੇ ਆ ਇਹਨੂੰ, ਯੂਕਲਿਡ ਡਿਵੀਜ਼ਨ ਲੈਮਾ। ਇਹ ਕੀ ਹੁੰਦਾ, ਇਹਦੇ ਨਾਲ ਆਪਾਂ ਕਿੱਥੇ ਕਿੱਥੇ ਇਹਨੂੰ ਯੂਜ਼ ਕਰ ਸਕਦੇ ਹਾਂ। ਇਹਦੇ ਵਿੱਚ ਕੀ ਹੁੰਦਾ ਯੂਕਲਿਡ ਲੈਮਾ ਦੇ ਵਿੱਚ ਆਪਾਂ ਨੂੰ ਕੀ ਹੁੰਦਾ, ਆਪਾਂ ਨੇ ਕਿਸੇ ਦੋ ਸੰਖਿਆਵਾਂ ਹੁੰਦੀਆਂ ਨੇ ਜਾਂ ਦੋ ਵੈਲਿਊਜ਼ ਹੁੰਦੀਆਂ ਨੇ, ਉਹਨਾਂ ਦਾ ਐਸਸੀਐਫ ਫਾਈਂਡ ਕਰਨਾ ਹੁੰਦਾ। ਤਾਂ ਐਸਸੀਐਫ ਫਾਈਂਡ ਕਰਨ ਲਈ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਤਾਂ ਆਪਾਂ ਇਹਨੂੰ ਪੜ੍ਹਦੇ ਹਾਂ ਕਿ ਇਹ ਕੀ ਚੀਜ਼ ਹੈ। ਹੁਣ ਦੇਖੋ ਯੂਕਲਿਡ ਲੈਮਾ, ਵੈਸੇ ਆਪਾਂ ਡਿਵੀਜ਼ਨ ਪਾ ਸਕਦੇ ਹਾਂ। ਯੂਕਲਿਡ ਡਿਵੀਜ਼ਨ ਲੈਮਾ ਕੀ ਹੁੰਦਾ, ਇਹਦੇ ਵਿੱਚ ਕੀ ਹੁੰਦਾ, ਆਪਾਂ ਨੂੰ ਸਟੇਟਮੈਂਟ ਦੇਖੀਏ ਤਾਂ ਸਟੇਟਮੈਂਟ ਹੁੰਦੀ ਹੈ ਗਿਵਨ ਏ ਪੋਜ਼ਿਟਿਵ ਇੰਟੀਜ਼ਰ A and B there exist unique integer q and r such that satisfy a is equal to bq plus r। देखो एक ही चीज़ है, a is equal to bq plus r। सो r की भी वैल्यू उरे होंगी है, r की वैल्यू ग्रेटर एंड इक्वल टू 0 होंगी है, लैस एंड इक्वल टू b होंगी है। ये यूकलिड लैम है। ਹੁਣ ਦੇਖੋ ਇਹਨੂੰ ਆਪਾਂ ਸਮਝਣ ਦੇ ਲਈ ਆਪਾਂ ਕੀ ਕਰਦੇ ਆ, ਇੱਕ ਐਗਜ਼ਾਮਪਲ ਲੈ ਕੇ ਚੱਲਦੇ ਆ। ਐਗਜ਼ਾਮਪਲ ਤੋਂ ਸਮਝ ਆਊਗਾ ਆਪਾਂ ਨੂੰ। ਜੇ ਮੈਂ ਕਹਾਂ ਮੰਨ ਲਓ ਵੀ ਮੈਂ ਕਿਸੇ ਵੀ ਨੰਬਰ ਹੈ 15 ਹੈ, ਉਹਨੂੰ ਮੈਨੇ 2 ਤੇ ਡਿਵਾਈਡ ਕਰਨਾ। 15 ਹੈ, ਸੋ 15 ਨੂੰ ਮੈਂ ਕਿਹਤੇ ਡਿਵਾਈਡ ਕਰਨਾ, 2 ਤੇ ਡਿਵਾਈਡ ਕਰਨਾ। ਜੇ ਮੈਂ 15 ਨੂੰ 2 ਤੇ ਡਿਵਾਈਡ ਕਰੂੰਗਾ ਤਾਂ ਮੇਰਾ ਕੋਸ਼ੀਐਂਟ ਕਿੰਨਾ ਆ ਗਿਆ 7, ਤਾਂ ਰਿਮਾਈਂਡਰ ਕਿੰਨਾ ਰਹਿ ਗਿਆ ਮੇਰਾ 1। ਤਾਂ ਆਪਾਂ ਨੂੰ ਪਤਾ ਵੀ ਇਹਨੂੰ ਕੀ ਬੋਲਦੇ ਆ, ਕੋਸ਼ੀਐਂਟ ਬੋਲਦੇ ਆ, ਇਹਨੂੰ ਕੀ ਬੋਲਦੇ ਆ, ਰਿਮਾਈਂਡਰ ਬੋਲਦੇ ਆ। ਸੋ ਇਹਨੂੰ ਕੀ ਬੋਲਦੇ ਆ, ਡਿਵੀਡੈਂਡ ਬੋਲਦੇ ਆ। ਸੋ ਇਸ ਨੂੰ ਕੀ ਬੋਲਦੇ ਆ, ਡਿਵਾਈਜ਼ਰ ਬੋਲਦੇ ਆ। ਕੋਸ਼ੀਐਂਟ, ਰਿਮਾਈਂਡਰ, ਡਿਵੀਡੈਂਡ, ਡਿਵਾਈਜ਼ਰ। ਡਿਵਾਈਜ਼ਰ ਉਹ ਹੁੰਦਾ ਜਿਹੜਾ ਉਸ ਨੰਬਰ ਨੂੰ ਡਿਵਾਈਡ ਕਰਦਾ। ਡਿਵੀਡੈਂਡ ਉਹ ਹੁੰਦਾ ਜੋ ਉਸ 'ਤੇ ਕੀ ਹੁੰਦਾ, ਡਿਵੀਜ਼ੀਬਲ ਹੁੰਦਾ। 15 है जो वो डिविजिबल बाय 2। 2 डिवाइड्स 15। जो डिवाइड करता होंगे वो की होंगे, अपन पता है पढ़िया होया कि डिवाइजर होंगे। जो डिविजिबल होंगे वो डिविडेंड होंगे। 1 जो रह गया वो रिमाइंडर होंगे। 7 की अपने को कोशिएंट हो गया। सो अपन ने पढ़िया होया। हुण उदां ही यूकलिड लैमा किवें लग्या होया, देखो ये अपने पढ़िया सी भी जो अपने को वैल्यू होंगी है डिविडेंड की इज इक्वल टू डिवाइजर मल्टीप्लाई कोशिएंट प्लस रिमाइंडर। एक थ्योरम पढ़ी आपने, बेसिकली यही चीज़ है। डिविडेंड इज इक्वल टू डिवाइजर कोशिएंट प्लस रिमाइंडर। हुण डिविडेंड देखा जाए तो उरे कितना 15, डिवाइजर कितना उरे 2, सो कोशिएंट कितना 7, रिमाइंडर कितना रह गया 1। जो ये बॉड मास लग्या 14 प्लस 1 कितना होंगे 15। तो अपने लाई वैल्यू जी अपने देखा रिमाइंडर देखो उरे 1 रहा है, रिमाइंडर की रहा 1 रहा है। कहते रिमाइंडर हमेशा जो डिवाइजर होंगे वो तो छोटा ही आता, बराबर नहीं आ सकता, ना ही रिमाइंडर कदे भी बड़ा आता है। ये तो हमेशा की आऊगा, छोटा आऊगा। जे 2 सी तो 1 आ सकता है, 0 भी आ सकता सी, पर कदे भी 2 3 4 5 इदा का रिमाइंडर नहीं आता। तो रिमाइंडर की वैल्यू हमेशा डिवाइजर तो की होंगी है, छोटी होंगी है। ठीक है, तो मैं लिख सकता सी जो रिमाइंडर सी मेरा 1 सीगा, वो वैल्यू छोटी कितों है 2 तो है। ये थ्योरम आप पढ़ी हुई है छोटिया क्लासा भी डिविडेंड इज इक्वल टू डिवाइजर इनटू कोशिएंट प्लस रिमाइंडर होंगे। ठीक है, तो उवें ये चीज़ है। ये की है अपन इनू की लिखा होया, हुण थोड़ा जिहा स्टेटमेंट इंग्लिश चेंज करती। की चेंज की है इंग्लिश के विच, उन्होंने कहा भी अपने को 2 नंबर है ए तो बी है, उदां ही 2 नंबर ने अपने को। तो आप इनू समझते हैं, देखो इनू समझण लई आपां उदी देखो मेरे को 2 नंबर है। एग्जाम्पल अपनी मेरे को की है 2 नंबरस ने, एक ए है एंड बी। ठीक है, मैं कहता ये भी जो बी है। ठीक है, तो देखो आप की करते हैं उदा ही जिवें मैं तुहानूं समझाया एग्जाम्पल दे विच।
ਇੱਦਾਂ ਲਿਖਿਆ ਹੋਇਆ ਇਹਨੂੰ ਵੀ ਜੋ A ਹੈ ਉਹ ਕੀ ਹੈ B ਹੈ ਜਿਹੜਾ ਉਹ ਆਪਾਂ ਨੇ ਕੀ ਮੰਨ ਲਿਆ ਉਹ ਕੀ ਹੈ ਡਿਵਾਈਜ਼ਰ ਲੈ ਲਿਆ B ਮੈਨੇ ਕੀ ਲੈ ਲਿਆ ਡਿਵਾਈਜ਼ਰ ਲੈ ਲਿਆ A ਕੀ ਲੈ ਲਿਆ ਡਿਵੀਡੈਂਡ ਲੈ ਲਿਆ ਤਾਂ ਆਪਾਂ ਲਿਖਾਂਗੇ ਕਿਵੇਂ ਵੀ ਡਿਵੀਡੈਂਡ ਇਜ਼ ਇਕੁਅਲ ਟੂ ਡਿਵਾਈਜ਼ਰ ਇਨਟੂ ਕੋਸ਼ੀਐਂਟ ਪਲੱਸ ਰਿਮਾਈਂਡਰ ਤਾਂ ਆਪਾਂ ਇਹੀ ਕਹਾਂਗੇ ਵੀ ਜੋ A ਹੈ ਡਿਵੀਡੈਂਡ ਹੈ ਉਹ ਇਜ਼ ਇਕੁਅਲ ਟੂ ਬਿਲਕੁਲ ਸੇਮ ਇਹਦੇ ਮੁਤਾਬਕ ਲਿਖਾਂਗੇ ਆਪਾਂ ਦੇਖੋ ਜੋ ਡਿਵੀਡੈਂਡ ਹੈ A ਹੈ ਉਹ ਇਜ਼ ਇਕੁਅਲ ਟੂ डिवाइज़र की है मेरा B कोशिएंट मैनू पता नहीं मैंने की ले लिया क्यों ले लिया कोई प्लस जो बचा उन्होंने की लिख लिया उन्होंने R लिख लिया तो R नू मैं दसिया सी भी R की वैल्यू हमेशा ही बड़ी होंदी है 0 नालों ग्रेटर 0 तो भी हो सकती है 0 भी हो सकती है पर कदे भी वो बड़ी नहीं हो सकती आपके डिवाइज़र की सी अपना और B सी ए की सी B सी तो इदा लिखा होया है तो B की अपने कोले उरे डिवाइज़र है ठीक है A की सी मेरा डिविडेंड है ठीक है ऐदा लिखा होया बिल्कुल सेम एग्जाम्पल के मुताबिक ही है भी 15 जो आप A मनीए तो 15 उरे आ जाऊगा इनू मैं A मन्ना तो उरे A आ गया जे इनू मैं B मन्ना तो मेरे को उरे की आ गया B 7 नू की मन्ना मैं क्यों तो उरे क्यों लिखता प्लस रिमाइंडर मेरे को 1 सी जे नहीं पता तो मैं यूक्लिड ने डिवीजन लैम्डा बनाया सी तो सो आप A तो B नू एवें लिख सकते हैं डिवाइड विच तो इनू एक तरीका होर भी है देखो लिखण दा तो आप की कर सकते हैं मैं देखो A तो B है A एंड B है 2 नंबर ने मैं ये कह सकदा भी जिहड़ा B है A है जो B है डिवाइड्स A B डिवाइड्स A ਇਹਦਾ मतलब ਇਹ है भी जो B है वो A ਨੂੰ ਕੀ ਕਰਦਾ डिवाइड करता तो आप इदा लिख सकते हैं और इस स्टेटमेंट ਨੂੰ ਆਪਾਂ ਇਹ भी लिख सकते हैं A is डिविजिबल बाय B दोनों का मतलब एक ही है दोनों का मतलब एक ही है B डिवाइड A ਨੂੰ करता है ਜਾਂ A डिविजिबल हो रही है किते B ते कहने का मतलब यही है भी जो मैं 315 ਨੂੰ डिवाइड करता है तो मैं लिख सकता भी 3 है जो 15 ਨੂੰ की कर रहा है डिवाइड कर रहा है ਜਾਂ मैं ऐ कह सकता 15 डिविजिबल है कि उत्ते 3 के उत्ते भी जो 15 है वो 3 के डिविजिबल है ਜਾਂ 315 ਨੂੰ की करता है डिवाइड करता है ठीक है तो दो ही स्टेटमेंटा का मतलब एक ही होंगे आह जो होंगी है तो ये डिविजिबल होंगी है इट मीन कहने का मतलब ये है भी जो आप डिवाइड करवाने ऐदा डिवाइड करवाने तो 3 तो डिवाइड करता है पर 15 ये तो की है डिविजिबल होंगे तो उदी स्टेटमेंट लिखी हुई है ये भी B जे A नू डिवाइड करिए तो आप साइन एम पावे B आ वाले सिंबल का साइन पावे B डिवाइड A ठीक है तो उदा ही लिखना है B डिवाइड A ਇਹਦਾ मतलब B क्यों ਨੂੰ डिवाइड कर रहा है A ਨੂੰ डिवाइड कर रहा है इट मीनस जे A ਨੂੰ डिवाइड कर रहा है मेरे को की हो गया फिर डिविडेंड हो गया तो मैं A इज इक्वल टू आ मेरे को डिवाइज़र हो गया तो उमें थ्योरम लावांगे डिवाइज़र इनटू कोशिएंट प्लस रिमाइंडर की वैल्यू ग्रेटर एंड इक्वल टू 0 और लैस इज इक्वल टू डिवाइज़र ठीक है जिमें कि आप एग्जाम्पल च पिछे कर चुके हैं भी जे 315 ਨੂੰ डिवाइड करता है 2 जे हम मान लिया भी 2 लैके चल पाया 250 ਨੂੰ डिवाइड कर रहा है तो मेरे को कितना आ गया सी 7 ठीक है तो इन्ना बन गया हम देखो रिमाइंडर बन रह गया सी तो मैं ये लिखूँगा 15 उरे कितना आ जाऊगा 15 क्योंकि A की है मेरा डिविडेंड है A की है डिविडेंड है A की है मेरा 2 है कोशिएंट कितना मेरा 7 है तो रिमाइंडर कितना आ गया सी मेरा 1 आ गया सी ठीक है ऐदा आ गया पर जे मैं उरे 3 लिखदा तो एग्जैक्टली इनू की कर जूगा डिवाइड कर जूगा रिमाइंडर की आ जाऊगा 0 15 इज इक्वल टू 3 7 प्लस रिमाइंडर कितना आ गया 0 आ गया तो कहने का मतलब की है जो कोई नंबर A तो B ने तो आप कह सकते भी B A नू डिवाइड करता तो आप लिखांगे A इज इक्वल टू B इंटू Q प्लस R इट मीनस जो रिमाइंडर की वैल्यू होंगी है वो हमेशा आपके डिवाइज़र तो छोटी होंगी है ठीक है हमेशा रिमाइंडर आ डिवाइज़र तो हमेशा ही छोटा होगा ठीक है तो इन्हों आप इदा यूज़ कर सकते हैं तो सो ये अपना यूक्लिड लैम्डा से जो अपनी थ्योरम के नाल इदा डिस्कस होया तो तुसीं इहनूं ध्यान रखना है
ਵੀ ਕਿ ਆਪਾਂ ਹੁਣ ਇਹਦੀ ਇੱਕ ਐਗਜ਼ਾਮਪਲ ਕਰਦੇ ਹਾਂ ਤਾਂ ਕਿ ਐਗਜ਼ਾਮਪਲ ਤੋਂ ਹੋਰ ਵੀ ਬੈਟਰ ਆਪਾਂ ਨੂੰ ਸਮਝ ਆ ਜਾਊਗਾ। ਹੁਣ ਦੇਖੋ मैं साइड पे लिखता हूँ। देखो A इज इक्वल टू बी क्यू प्लस आर, सो आर की वैल्यू ग्रेटर एंड इक्वल टू 0 लैस इक्वल टू बी, ये अपना यूक्लिड लैमडा है। ठीक है, उमें है इट मीनस कोई भी नंबर सी बी ए नूं की कर रहा सी डिवाइड कर रहा सी तां ये लागू होया, क्योंकि ए की होया मेरा डिविडेंड हो गया, ए की हो गया मेरा डिवाइजर हो गया। ठीक है, तो वही थ्योरम याद रखनी है, डिविडेंड वो भी लिखदा ना मोरे, डिविडेंड इज इक्वल टू डिवाइजर कोशिएंट प्लस रिमाइंडर। ठीक है, याद रखना रिमाइंडर की वैल्यू हमेशा डिवाइजर तो छोटी होंदी है, हमेशा ही छोटी होंदी है। हुण देखो ਇਹਦੀ यूज़ कित्थे हुंदा है, ਇਹਦਾ यूज़ कित्थे हुंदा, आपां नूं कहणगे फाइंड करो SCF ऑफ 120 135 एंड 225। ਆਪਾਂ ਨੂੰ ਕੀ ਕਰਨਾ है, SCF फाइंड करना है किसी दो नंबर का बाय यूक्लिड डिवीजन लैमा। ठीक है, डिवीजन लैमा के नाल आपां ने की करना ਉਹਦਾ SCF फाइंड करना। तो हुणी मैं तुहानूं दस के हटा सी भी डिवाइजर इज डिविडेंड लिखा जाता है डिवाइजर इंटू कोशिएंट प्लस रिमाइंडर, रिमाइंडर की वैल्यू डिवाइजर तो हमेशा ही छोटी होंदी है। ठीक है, तो हुण आपां ने की करना, देखो इन्हां दोनों का SCF कड्ढना है। तो सब तो पहला तुहानूं थोड़ा जिहा पता होना चाहिए भी SCF की हुंदा है। आपां SCF की नैक्सट एक्सरसाइज आऊगी जो फैक्टराइजेशन मैथड के नाल फार्मूला मैथड नाल उहदे विच SCF डिटेल च पढ़ांगे। तो थोड़ा दसदा ना, तो SCF की हुंदा हाईएस्ट कॉमन फैक्टर। तो देखो अपने की करना SCF का हाईएस्ट कॉमन फैक्टर लभना है। तो हाईएस्ट कॉमन फैक्टर की हुंदा SCF का, जिवें मैं तुहानूं कहा दो नंबर है मेरे को 2 है 6 है तो 8 है, 3 नंबर ले ले। ठीक है, तो SCF कढ़ना है। फैक्टर का मतलब ये हुंदा है 2 है, 2 का फैक्टर की होगा 1, फैक्टर का मतलब होंदा उहदे टेबल जो उहनूं ते डिवाइड करते हैं। हुण देखो 1 2 नूं की करदा है डिवाइड करदा है, तो 2 भी तो 2 नूं की करदा है डिवाइड। ठीक है, इस तो बाद 6 1 नूं की करदा है, 1 सॉरी 6 नूं की करदा है डिवाइड करदा है, 2 भी 6 नूं की करदा है डिवाइड, 3 भी डिवाइड करदा है, तो 6 भी की करदा है डिवाइड करदा है। उदी 8 दे 1 भी डिवाइड करदा है, 2 का टेबल च भी आउंदा 8, 3 दे च नहीं आउंदा, 4 दे च आउंदा, 5 6 7 8 च आउंदा। तो आपां ने हाईएस्ट कॉमन फैक्टर लभना इहदा। ठीक है, की लभना है हाईएस्ट कॉमन फैक्टर। तो देखो कॉमन इन्हां विचों तिन्नां चों किहड़ा आ गया 2, यही इहदा हाईएस्ट है। इट मीनस इहदा SCF कितना लिख लिया 2 लिख लिया। ठीक है, इट मीनस कहने का मतलब ये है भी 2 एक इहा जिहा नंबर होगा जो 2 नूं भी डिवाइड करूगा, 6 नूं भी डिवाइड करूगा तो 8 नूं भी डिवाइड करूगा। मतलब कि आपां वो नंबर लभना हुंदा है SCF जो तिन्नां ते ही वंडिया जाए, पर वो होना चाहिए हाईएस्ट कॉमन फैक्टर होना चाहिए, वह लोएस्ट नहीं होना चाहिए। ठीक है, तो आप 2 2 ते डिवाइड करता 1 आ गया, 2 6 ते डिवाइड करता तो 1 आ गया, 8 ए ते डिवाइड करता तो कि सॉरी 2 2 ते डिवाइड करके 1 आ गया, 2 नूं 6 ते डिवाइड करांगे 3 आ गया, 2 नूं 8 ते डिवाइड करके कितना आ गया 4 आ गया। मतलब कि एक इहा जिहा नंबर लभ लिया जो सारिਆਂ ते डिवाइड करता। बट ये आपां मैथड अगे भी सीखांगे, तो इहनूं SCF बोलते हैं। तो हुण आपां यही SCF है जो यूक्लिड डिवीजन लैमा ला के कड्डांगे। ये आपां फॉर फैक्टराइजेशन फैक्टर मैथ ये डेफिनेशन ला के कड्ढे आपां ने। ठीक है, ये डेफिनेशन ला के कड्ढे आपां ने ये वाला मैथड। ठीक है, ਇਹਦਾ एक होर तरीका भी हुंदा थोड़ा जिहा, वो फैक्टराइजेशन करके आप कढ़ सकते हैं। ठीक है, थोड़ा जिहा दस तन वो बारे भी, फिर आप यूक्लिड डिवीजन लैमा ला के सम कढ़ते हैं। जिमें मैं यही लिखा सी ना 2 6 8 है, तो तुसीं इहदे इदां फैक्टर बना सकते हो, 2 भी बना सकते हो, 6 भी बना सकते हो तो 8 भी बना सकते हो। तो देखो 2 नूं इहते डिवाइड करो 1 आ गया, 3 नूं इहते डिवाइड किया तो 2 आ गया,
2 ਨੂੰ ਇਹ 'ਤੇ ਡਿਵਾਈਡ ਕਰੋਗੇ ਤਾਂ 4 ਆ ਗਿਆ, 2 ਨੂੰ ਇਹ 'ਤੇ ਡਿਵਾਈਡ ਕਰੋਗੇ ਤਾਂ 2 ਆ ਗਿਆ। ਤਾਂ ਬਸ ਤੁਸੀਂ ਉੱਦਾਂ ਹੀ ਉਵੇਂ ਲਿਖਣਾ ਹੈ। ਇਹਦੇ ਫੈਕਟਰ ਬਣ ਗਏ 1 ਤੇ 2, 6 ਦੇ ਫੈਕਟਰ ਕਿੰਨੇ ਬਣ ਗਏ 2 ਤੇ 3, ਤਾਂ 8 ਦੇ ਫੈਕਟਰ ਕਿੰਨੇ ਬਣ ਗਏ 2 2 2। ਤਾਂ ਇਹਨਾਂ 'ਚੋਂ ਸਾਰਿਆਂ 'ਚੋਂ ਕਾਮਨ ਕੀ ਆ ਗਿਆ 2, ਤਾਂ HCF ਕੀ ਆ ਗਿਆ ਇਹਦਾ 2। ਮਤਲਬ ਕਿ 2 ਹੀ ਕਿਹਾ ਜਿਹਾ ਨੰਬਰ ਆ ਜੋ ਤਿੰਨਾਂ ਨੂੰ ਕੀ ਕਰੂਗਾ ਡਿਵਾਈਡ ਕਰੂਗਾ। ਬਾਕੀ ਜੋ ਇਹ ਸਾਰਾ ਐਕਸਰਸਾਈਜ਼ ਹੈ HCF LCM ਦੀ ਆਪਾਂ ਨੈਕਸਟ ਐਕਸਰਸਾਈਜ਼ 'ਚ ਹੀ ਕਰਨਾ ਟੌਪਿਕ, ਠੀਕ ਹੈ। ਤਾਂ ਥੋੜ੍ਹਾ ਜਿਹਾ ਮੈਂ ਤੁਹਾਨੂੰ HCF ਬਾਰੇ ਦੱਸਤਾ ਵੀ HCF ਕੀ ਹੁੰਦਾ, ਠੀਕ ਹੈ। HCF ਦਾ ਮਤਲਬ ਹੁੰਦਾ ਹਾਈਐਸਟ ਕਾਮਨ ਫੈਕਟਰ, ਠੀਕ ਹੈ। ਤਾਂ ਯਾਦ ਰੱਖਣਾ। ਤਾਂ ਹੁਣ ਆਪਾਂ ਵਾਪਸ ਆ ਜਾਂਦੇ ਆਪਣੇ ਯੂਕਲਿਡ ਲੈਮਡੇ 'ਤੇ। ਤਾਂ ਯੂਕਲਿਡ ਲੈਮਡੇ ਦੇ ਵਿੱਚ ਆਪਾਂ ਨੇ ਫਾਈਂਡ ਕਰਨਾ ਸਮ ਆਪਣੇ ਕੋਲੇ ਕੀ HCF ਫਾਈਂਡ ਕਰਨਾ ਹੈਗਾ। ਤਾਂ ਯੂਕਲਿਡ ਲੈਮਡੇ ਲਾਉਣ ਲਈ ਸਭ ਤੋਂ ਪਹਿਲਾਂ ਜਿਹੜੀ ਵੱਡੀ ਰਕਮ ਹੁੰਦੀ ਹੈ ਉਹਨੂੰ ਤੁਸੀਂ ਨੇ ਕੀ ਕਰਨਾ ਹੈ ਡਿਵੀਡੈਂਡ ਬਣਾ ਲੈਣਾ, ਅਤੇ ਜੋ ਆਪਣੇ ਕੋਲੇ 135 ਛੋਟੀ ਆ ਉਹਨੂੰ ਕੀ ਰੱਖ ਲਿਆ ਮੈਨੇ ਡਿਵਾਈਜ਼ਰ ਰੱਖ ਲਿਆ। ਤਾਂ ਹੁਣ ਕੀ ਕਰਨਾ ਬਸ ਇਹਨੂੰ ਇਹ 'ਤੇ ਕੀ ਕਰ ਦੇਣਾ ਡਿਵਾਈਡ ਕਰ ਦੇਣਾ। ਹੁਣ ਦੇਖੋ 135 ਨੂੰ ਇਹ 'ਤੇ ਡਿਵਾਈਡ ਕਰਾਂਗੇ ਤਾਂ ਇਹ 1 'ਤੇ ਗਿਆ, ਤਾਂ 135 ਬਚ ਗਿਆ ਨੀਚੇ, ਇਹਨੂੰ ਇਹ 'ਚੋਂ ਮਾਈਨਸ ਕਰਾਂਗੇ ਤਾਂ 0 ਆ ਗਿਆ, 12 ਚੋਂ 9 ਆ ਗਿਆ। ਹੁਣ ਦੇਖੋ ਤਾਂ ਯੂਕਲਿਡ ਲੈਮਡਾ ਲਾਓ ਇਹ 'ਤੇ। ਮੈਂ ਕਹਤਾ ਵੀ ਜੋ ਡਿਵੀਡੈਂਡ ਹੈ ਮੇਰੇ ਕੋਲੇ ਆਹ ਵਾਲਾ ਕੀ ਹੈ ਡਿਵੀਡੈਂਡ ਹੈ ਉਹ ਇਜ਼ ਇਕੁਅਲ ਟੂ ਡਿਵਾਈਜ਼ਰ ਇਨਟੂ ਕੋਸ਼ੀਐਂਟ ਪਲੱਸ ਰਿਮਾਈਂਡਰ। ਦੇਖੋ ਆਹੀ ਥਿਓਰਮ ਲਾਈ ਸੀ ਆਪਾਂ, ਇਹੀ ਥਿਓਰਮ ਲਿਖੀ ਹੈ ਮੈਨੂੰ ਉਰੇ, ਇਹ ਹਮੇਸ਼ਾ ਯਾਦ ਰੱਖਣੀ ਹੈ। ਡਿਵੀਡੈਂਡ ਇਜ਼ ਇਕੁਅਲ ਟੂ ਡਿਵਾਈਜ਼ਰ ਕੋਸ਼ੀਐਂਟ ਪਲੱਸ ਰਿਮਾਈਂਡਰ, ਠੀਕ ਹੈ। ਤਾਂ ਉਹੀ ਥਿਓਰਮ ਲਾਈ ਹੈ ਉਰੇ। ਤਾਂ ਹੁਣ ਜੋ ਆਪਣੇ ਕੋਲੇ 90 ਬਚ ਗਿਆ ਤਾਂ ਇਹਨੂੰ ਫੇਰ ਡਿਵਾਈਜ਼ਰ ਬਣਾ ਲੈਣਾ, ਇਹਨੂੰ ਡਿਵੀਡੈਂਡ ਬਣਾ ਲੈਣਾ। ਕਿੰਨੇ 'ਤੇ ਗਿਆ ਇਹ 1 'ਤੇ, 5 ਇਹ ਰਹਿ ਗਿਆ 2 ਸੌਰੀ 4, ਠੀਕ ਹੈ। ਤਾਂ ਫਿਰ ਹੁਣ ਡਿਵੀਡੈਂਡ ਕਿਹੜਾ ਬਣਿਆ ਆਪਣੇ ਕੋਲ 135, ਤਾਂ ਮੈਂ 135 ਲਿਖ ਲਿਆ 135। ਡਿਵਾਈਜ਼ਰ ਕਿਹੜਾ ਆ ਗਿਆ ਹੁਣ 90, ਸੋ ਇਹਦਾ ਕੋਸ਼ੀਐਂਟ ਕਿਹੜਾ ਆ ਗਿਆ 1, ਰਿਮਾਈਂਡਰ ਕਿੰਨਾ ਆ ਗਿਆ ਇਹਦਾ 45। ਇਹ ਉਹਨਾਂ ਤੱਕ ਹੀ ਚੱਲੀ ਜਾਣਾ ਜਿੰਨਾ ਤੱਕ ਰਿਮਾਈਂਡਰ ਕੀ ਨਹੀਂ ਆ ਜਾਂਦਾ 0 ਨਹੀਂ ਆ ਜਾਂਦਾ। ਤਾਂ ਫਿਰ ਹੁਣ ਕੀ ਕਰਨਾ 45 ਹੈ ਉਹ 90 ਇਹਦੇ ਵਿੱਚ ਰੱਖ ਲੈਣਾ, ਕਿੰਨੇ 'ਤੇ ਆ ਗਿਆ ਇਹ 2 'ਤੇ। ਹੁਣ ਰਿਮਾਈਂਡਰ ਕੀ ਆ ਗਿਆ ਇਹਦਾ 0 ਆ ਗਿਆ। ਤਾਂ ਹੁਣ ਆਪਾਂ ਇਹ ਲਿਖ ਸਕਦੇ ਇਹਦਾ ਡਿਵੀਡੈਂਡ ਕੀ ਆ ਗਿਆ ਸੀਗਾ 90, ਡਿਵਾਈਜ਼ਰ ਕਿੰਨਾ ਆ ਗਿਆ 45, ਕੋਸ਼ੀਐਂਟ ਇਹਦਾ ਕਿੰਨਾ ਆ ਗਿਆ 2, ਰਿਮਾਈਂਡਰ ਕਿੰਨਾ ਆ ਗਿਆ 0, ਠੀਕ ਹੈ। ਆ ਆਪਣਾ ਡਿਵੀਡੈਂਡ ਸੀ, ਡਿਵਾਈਜ਼ਰ ਕੋਸ਼ੀਐਂਟ ਪਲੱਸ ਰਿਮਾਈਂਡਰ। ਰਿਮਾਈਂਡਰ ਜਦੋਂ 0 ਆ ਗਿਆ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਣਾ ਜੋ HCF ਹੈ ਉਹ ਕਿੰਨਾ ਆ ਜਾਊਗਾ 45 ਆ ਜਾਣਾ ਹੈ। ਕਿਉਂਕਿ ਆਪਾਂ ਨੇ ਕੀ ਕੀਤਾ 135 ਅਤੇ 200 ਜੋ 25 ਹੈ ਇਹਨੂੰ ਆਪਾਂ ਨੇ ਅੱਗੇ ਹੋਰ ਬ੍ਰੇਕ ਡਾਊਨ ਕਰ ਚੁੱਕੇ ਹਾਂ ਆਪਾਂ ਥਿਓਰਮ ਲਾ ਕੇ। ਤਾਂ ਹੁਣ ਜੋ ਜਿੱਥੇ ਰਿਮਾਈਂਡਰ 0 ਆ ਗਿਆ ਇਹਦਾ ਮਤਲਬ ਇਹ ਹੋ ਗਿਆ ਹੁਣ ਰਿਮਾਈਂਡਰ ਕੀ ਹੋ ਗਿਆ ਉਹਦਾ 0 ਹੋ ਗਿਆ। ਜਦੋਂ ਰਿਮਾਈਂਡਰ 0 ਹੋ ਗਿਆ ਤਾਂ ਇਟ ਮੀਨਸ ਉਹ ਤੇ ਕੀ ਹੋ ਗਿਆ ਪੱਕਾ ਡਿਵੀਜ਼ੀਬਲ ਹੋ ਗਿਆ। ਹੁਣ ਜੇ 0 ਰਿਮਾਈਂਡਰ ਆ ਗਿਆ ਤਾਂ ਆਹ ਵਾਲਾ ਤੇ ਇਹਨਾਂ ਦੋਨਾਂ 90 90 ਐਂਡ 45 ਜੋ ਡਿਵਾਈਜ਼ਰ ਹੁੰਦਾ ਉਹੀ ਆਪਣਾ HCF ਹੁੰਦਾ, ਕਿਉਂਕਿ ਡਿਵਾਈਜ਼ਰ ਹੀ HCF ਹੋਊਗਾ। ਇਹਨਾਂ ਦੋਨਾਂ ਦਾ ਵੀ HCF ਕੀ ਹੋਊਗਾ 45 ਹੋਊਗਾ। ਯਾਦ ਰੱਖਣ ਵਾਲੀ ਗੱਲ ਹੈ ਇਹਨਾਂ ਦਾ ਤੇ ਇਹਨਾਂ ਦਾ ਵੀ HCF ਕਿੰਨਾ ਹੋਊਗਾ 45 ਹੀ ਹੋਊਗਾ। ਤਾਂ 235 25 ਤੇ 135 ਦਾ ਵੀ HCF ਕੀ ਹੋਊਗਾ ਹਮੇਸ਼ਾ 45 ਹੀ ਹੋਊਗਾ, ਕਿਉਂਕਿ HCF ਮੈਂ ਪਹਿਲਾਂ ਦੱਸ ਚੁੱਕਿਆ HCF ਹੁੰਦਾ ਹਾਈਐਸਟ ਕਾਮਨ ਫੈਕਟਰ ਹੁੰਦਾ। ਇਟ ਮੀਨਸ 45 ਇੱਕ ਇਹੋ ਜਿਹਾ ਨੰਬਰ ਹੋਊਗਾ ਜਿਹੜਾ 135 ਐਂਡ 225 ਨੂੰ ਡਿਵਾਈਡ ਕਰੂਗਾ। ਐਕਚੁਅਲੀ ਇਹੀ ਇਹਦਾ ਹਾਈਐਸਟ ਕਾਮਨ ਫੈਕਟਰ ਹੋਊਗਾ, ਕਿਉਂਕਿ ਆ ਸਾਰੇ ਕਾਮਨ ਫੈਕਟਰ ਬਣ ਰਿਹਾ। ਤਾਂ ਆਪਾਂ ਉਹ ਸਿੱਧਾ ਇੱਦਾਂ ਵੀ ਲਿਖ ਸਕਦੇ ਹਾਂ ਵੀ ਆਪਾਂ ਲਿਖ ਸਕਦੇ ਹਾਂ ਉਰੇ ਸਾਰੇ ਨੰਬਰ ਲਿਖ ਸਕਦੇ ਹਾਂ। ਮੈਂ ਲਿਖ ਸਕਦਾ ਵੀ 90 ਅਤੇ 45 ਦਾ ਜੋ HCF ਹੈ ਉਹ ਵੀ ਕਿੰਨਾ 45 ਹੈ। 135 ਐਂਡ 90 ਇਹਦਾ ਵੀ HCF ਕਿੰਨਾ ਆਊਗਾ 45 ਆਊਗਾ। ਤਾਂ ਉਹ ਵੀ ਮੈਂ ਲਿਖ ਸਕਦਾ ਵੀ ਮੇਰੇ ਕੋਲੇ 135 ਐਂਡ 225 ਦਾ ਵੀ HCF ਕੀ ਆਊਗਾ 45 ਹੀ ਆਊਗਾ, ਠੀਕ ਹੈ। ਤਾਂ ਆਪਾਂ ਕਹਿ ਸਕਦੇ ਹਾਂ 135 ਐਂਡ 225 ਦਾ HCF ਕਿੰਨਾ ਆਊਗਾ 45 ਆਊਗਾ। ਤਾਂ ਇੱਦਾਂ ਆਪਾਂ ਯੂਕਲਿਡ ਲੈਮਡਾ ਲਾ ਕੇ ਦੀ ਵੈਲਿਊ ਕੱਢ ਲੈਣੀ ਹੈ ਜਿੰਨਾ ਤੱਕ ਰਿਮਾਈਂਡਰ ਕੀ ਨਹੀਂ ਆ ਜਾਂਦਾ 0, ਕਿਉਂਕਿ ਹਮੇਸ਼ਾ ਕਿਹਾ ਸੀ ਮੈਂ ਤੁਹਾਨੂੰ ਰਿਮਾਈਂਡਰ ਦੀ ਵੈਲਿਊ ਉਹਦੇ ਡਿਵਾਈਜ਼ਰ ਤੋਂ ਛੋਟੀ ਹੁੰਦੀ ਹੈ। ਦੇਖੋ ਉਰੇ 135 ਸੀ ਤਾਂ ਰਿਮਾਈਂਡਰ ਕਿੰਨਾ ਹੈ 90 ਛੋਟਾ ਹੀ ਆਊਗਾ। ਇੱਥੇ ਡਿਵਾਈਡ ਕੀਤਾ ਇਹਦੇ ਨਾਲ ਉਰੇ 90 ਡਿਵਾਈਜ਼ਰ ਸੀ ਕਿੰਨਾ ਆਇਆ 45, ਠੀਕ ਹੈ। ਛੋਟੀਆਂ ਗੱਲਾਂ ਨਹੀਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਕਿਉਂਕਿ 10ਵੀਂ ਕਲਾਸ 'ਚ ਆਪਾਂ
ਠੀਕ ਹੈ। ਤਾਂ ਇਹ ਯੂਕਲਿਡ ਲੈਮਾ ਸੀ। ਸੋ ਇਸ 'ਤੇ ਆਪਾਂ ਜੋ ਐਕਸਰਸਾਈਜ਼ ਹੈ ਨੈਕਸਟ ਵੀਡੀਓ 'ਚ ਉਹਦੇ ਆਪਾਂ ਸਮ ਕਰਾਂਗੇ ਸਾਰੇ ਇਹਦੇ ਨਾਲ, ਠੀਕ ਹੈ। ਤਾਂ ਸੋ ਅੱਜ ਦੇ ਲਈ ਇੰਨਾ ਹੀ। ਸੋ ਧੰਨਵਾਦ।